ਅੰਮ੍ਰਿਤਪਾਲ ਨੂੰ ਸਮਝਣ ਦੀ ਵੀ ਥੋੜੀ ਜਿਹੀ ਲੋੜ ਹੈਗੀ ਹੈ। ਉਹਨਾਂ ਨੇ ਕਿਹਾ ਕਿ ਜੇ ਦੋ ਚਾਰ ਚਪੇੜਾ ਮਾਰਨਾ ਤੇ ਕੀ ਹੋਊ, ਜੇ ਦੋ ਚਾਰ ਚਪੇੜਾ ਖੁਦ ਅੰਮ੍ਰਿਤਪਾਲ ਨੇ ਐਕਸੈਪਟ ਕੀਤੀ ਉਹਨੂੰ ਕਿਤੇ ਨਾ ਕਿਤੇ ਸਾਨੂੰ ਇਸ ਲੈਵਲ ਦੀ ਲੜਾਈ ਨਹੀਂ ਸੀ ਕਿ ਆਪਾਂ ਕਿਸੇ ਥਾਣੇ ਦੇ ਵਿੱਚ ਚੱਲ ਜਾਈਏ ਉੱਥੇ ਤੋੜ ਫੋੜ ਕਰਕੇ ਹਿੱਸਾ ਵਰਗਾ ਮਾਹੌਲ ਬਣਾ ਦਈਏ, ਕਿਉਂਕਿ ਇੱਕ ਛੋਟੀ ਜਿਹੀ ਗੱਲ ਇੱਕ ਵੀ ਨਿੱਜੀ ਲੜਾਈ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆ ਗਿਆ ਨਹੀਂ ਚਾਹੀਦੀ ਹੈ। ਇਸ ਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੀ ਵਰਡਿੰਗ ਹੁੰਦੀ ਹੈ, ਬੋਲਣ ਦਾ ਤਰੀਕਾ ਹੁੰਦਾ ਹੈ, ਕਿਤੇ ਨਾ ਕਿਤੇ ਉਹ ਥੋੜਾ ਬਹੁਤ ਖਟਕਦਾ ਹੈ ਤੇ ਕਿਨਾਰਾ ਕਰਨ ਥੋੜਾ ਪੁਲਿਸ ਨੂੰ ਵੀ ਚਾਹੀਦਾ ਸੀ ਇੰਨੀ ਜਲਦੀ ਕੇਸ ਮੇਰੇ ਹਿਸਾਬ ਨਾਲ ਰੱਦ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਤੇ ਨਾਲ ਇੱਕ ਚੀਜ਼ ਹੋਰ ਹੈ, ਜਾਂ ਤਾਂ ਪੁਲਿਸ ਨੇ ਗਲਤ ਕੇਸ ਕੀਤਾ ਸੀਗਾ ਤਾਂ ਕਰਕੇ ਇਦਾਂ ਰੱਦ ਕਰ ਦਿੱਤਾ ਗਿਆ। ਸਾਥ ਉੱਥੇ ਬੈਠੇ ਸੀ, ਹੋਰ ਤੰਤਰ ਸਾਰਾ ਪੁਲਿਸ ਦਾ ਉੱਥੇ ਬੈਠਾ ਸੀ। ਉਹ ਕਹਿੰਦੇ ਸੀ ਕਿ ਸਾਡੀ ਕੱਢ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਨੂੰ ਪਰਖਿਆ ਜਾ ਰਿਹਾ, ਇਸ ਕਰਕੇ ਮੈਂ ਕੱਟ ਕੀਤਾ। ਇਹ ਬਣਾਇਆ ਪਲੇਟਫਾਰਮ ਉਸ ਬਣੇ ਬਣਾਏ ਪਲੇਟਫਾਰਮ ਦੇ ਉੱਤੇ ਦੁਬਈ ਦੇ ਵਿੱਚੋਂ ਆਉਂਦੇ ਨੇ, ਆਣ ਕੇ ਉਹਦੇ ਸਿਰਮੌਰ ਉਹਦੇ ਜਿਹੜੇ ਆਗੂ ਬਣ ਜਾਂਦੇ ਨੇ। ਫਿਰ ਬੰਦੀ ਸਿੰਘ ਕਿੰਨਾ ਟਾਈਮ ਤੋਂ ਬੰਦ ਹੈ, ਉਹਨਾਂ ਵਾਸਤੇ ਤੇ ਮੋਰਚੇ ਲੱਗੇ ਨੇ, ਉਹਨਾਂ ਵਾਸਤੇ ਇਸ ਤਰੀਕੇ ਦੇ ਨਾਲ ਕਿਤੇ ਜਾ ਕੇ ਥਾਣਾ ਕਬਜ਼ਾ ਕਰ ਲੈਣਾ ਜਾਂ ਇਸ ਤਰੀਕੇ ਦੀ ਗੱਲ ਕੋਈ ਨਹੀਂ। ਉਹ ਬਰਗਾੜੀ ਕਾਂਡ ਹੋਇਆ, ਹਾਲੇ ਤੱਕ ਉਸ ਕਾਂਡ ਨੂੰ ਲੈ ਕੇ ਕਿੰਨਾ ਕੁਝ ਚੱਲ ਰਿਹਾ, ਉੱਥੋਂ ਦੀ ਤੇ ਗੱਲ ਤੱਕ ਹੋਈ ਨਹੀਂ। ਜੇ ਨਿੱਜੀ ਲੜਾਈ ਵਾਸਤੇ ਇਹ ਹੋ ਗਿਆ ਕਿ ਮੇਰੇ ਤੇ ਪਰਚਾ ਕਿਉਂ ਹੋ ਸਕਦਾ ਕਿ ਮੈਂ ਜੇ ਮੇਰੇ ਤੇ ਪਰਚਾ ਹੋ ਜਾਊਗਾ ਕੇਸ ਮੈਂ ਤੇ ਲੈ ਜਾਣਾ, ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਇੰਪੈਕਟ ਕਰਦੀ ਹੈ। ਕਿ ਮੈਂ ਭਾਰਤੀ ਨਹੀਂ ਹਾਂ, ਮੈਂ ਸਿੱਖ ਹਾਂ ਤੇ ਪੰਜਾਬੀ। ਜਿਹੜਾ ਮੇਰੇ ਕੋਲ ਪਾਸਪੋਰਟ ਹੈ ਉਹ ਸਿਰਫ ਇੱਕ ਸਫ਼ਰੀ ਦਸਤਾਵੇਜ਼। ਯੂਕਰੇਨ ਆਪਸ ਦੇ ਵਿੱਚ ਲੜੀ ਮਰੀ ਜਾਂਦੀ, ਯੂਕਰੇਨ ਕਿੰਨਾ ਛੋਟਾ ਦੇਸ਼ ਹੈ, ਜੇ ਚਾਹੇ ਉਹਨੂੰ ਕਦੋਂ ਦਾ ਖਤਮ ਕਰ ਦਿੱਤਾ ਹੁੰਦਾ, ਪਰ ਅੱਜ ਵੀ ਜੂਝ ਰਿਹਾ, ਅੱਜ ਵੀ ਉਹ ਲੜ ਰਿਹਾ, ਪਰ ਉਹ ਲੜਾਈ ਇਹਦਾ ਖਤਮ ਕਦੇ ਨਹੀਂ ਹੋਣੀ। ਜਾਲ ਦੇ ਵਿੱਚ ਅੱਗ ਲਾਉਣ ਵਾਲਿਆਂ ਦੀ ਕਮੀ ਨਹੀਂ। ਹੁਣ ਰਵਨੀਤ ਬਿੱਟੂ ਵੀ ਕਿਸ ਤਰੀਕੇ ਨਾਲ ਸੌਂਦੇ ਹੋਏ ਨਜ਼ਰ ਆਉਂਦੇ ਨੇ, ਤੁਸੀਂ ਦੇਖਿਆ ਰਵਨੀਤ ਬਿੱਟੂ ਦੇ ਪਿਛਲੇ ਬਿਆਨ ਕੱਢ ਕੇ ਦੇਖ ਲਿਓ। ਦਿੱਲੀ ਮੋਰਚਾ ਲੱਗਾ ਸੀ, ਲਾਲ ਕਿਲੇ ਵੱਲ ਨੂੰ ਲੈ ਕੇ ਗੁਰਬਿੰਦਰ ਸਾਹਿਬ ਉੱਥੇ ਵੀ ਤੇ ਲੈ ਕੇ ਚਲੇ ਗਏ। ਪਤਾ ਨਹੀਂ ਲੱਗਿਆ ਕਿ ਐਸੇ ਸਾਡੀਆਂ ਸੁਰੱਖਿਆ ਏਜੰਸੀਆਂ ਨੇ, ਉਹਨਾਂ ਨੂੰ ਪਤਾ ਨਹੀਂ ਲੱਗਿਆ। ਪੁਲਿਸ ਦੇ ਵੱਲੋਂ ਜਾਂਚ ਕੀਤਾ ਜਾਂਦਾ ਹੈ ਕਿ ਕੱਲ੍ਹ ਕਿਤੇ ਧਰਨਾ ਰੱਖਣਾ ਹੈ। ਇਸ ਸਾਰੇ ਵਿੱਚ ਕੀ ਵਜ੍ਹਾ ਸਾਹਮਣੇ ਆਉਂਦੀ? 70 ਕਿਲੋਮੀਟਰ ਦਾ ਵਾਤਾਵਰਨ ਤੈਅ ਕਰ ਦਿੱਤਾ ਗਿਆ। ਉਹ ਕਹਿੰਦੇ ਕਿ ਅਸੀਂ ਸਿਰਫ ਉੱਥੇ ਰੁਕ ਜਾਣਾ ਜਾਂ ਰੁਕਿਆ ਜਾਣਾ, ਪਰ ਉਸ ਤੋਂ ਬਾਅਦ ਵੀ ਗਤੀ ਹੋ ਗਈ। ਸਾਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਸਾਨੂੰ ਹੱਕ ਹੋਣੇ ਚਾਹੀਦੇ ਹੈ ਕਿ ਆਪਾਂ ਜਿਹਦੀ ਵੀ ਕਦਰ। ਦੂਜਾ ਕੋਈ ਅਸੀਂ ਵੀ ਅਸੀਂ ਕਿਸੇ ਤੇ ਅਟੈਚ ਕਰਦੇ ਹਾਂ, ਸਾਹਮਣੇ ਵਾਲਾ ਜ਼ਿਕਰ ਕਰਦਾ ਹੈ, ਜੇ ਤੁਸੀਂ ਇਹ ਕਹੋ ਅਸੀਂ ਇਕੱਲੇ ਹੀ ਸਾਡੇ ਕੋਲ ਕੋਈ ਨਾ ਰਵੇ ਫਿਰ ਉਹ ਤੇ ਫਿਰ ਹੰਕਾਰ ਵਾਲੀ ਗੱਲ। ਖਬਰ ਨਿਕਲ ਕੇ ਸਾਹਮਣੇ ਆਈ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ, ਇੱਕ ਪਲਾਟ ਦਾ ਮਾਮਲਾ ਸੀ। ਉੱਥੇ ਵੀ ਇੱਕ ਨਿਹੰਗ ਸਿੰਘ ਬੇਬੀ ਵੱਲੋਂ ਉੱਥੇ ਪਹੁੰਚ ਕੇ ਉੱਥੇ ਬੈਠ ਕੇ ਪਾਠ ਕੀਤਾ ਜਾ ਰਿਹਾ ਸੀ, ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਤੇ ਇਹ ਸਿਰਫ ਇਸੇ ਮੰਤਵ ਦੇ ਨਾਲ ਕਿ ਪੁਲਿਸ ਨੂੰ ਚੱਕੇ ਨਾ, ਤੁਹਾਨੂੰ ਲੱਗਦਾ ਨਹੀਂ ਕਿ ਇਹ ਗਲਤ ਇੰਪੈਕਟ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ? ਜਿਹਦੇ ਨਾਲ ਤੁਸੀਂ ਜੁੜ ਚੁੱਕੇ ਹੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਸੁਖਬੀਰ ਸਿੰਘ ਸ਼ੇਰਗਿੱਲ। ਅੱਜ ਦੀ ਇਸ ਖਬਰ ਦਾ ਵਿਸ਼ਾ, ਅੱਜ ਦੀ ਚਰਚਾ ਦਾ ਵਿਸ਼ਾ ਰਹਿਣ ਵਾਲਾ ਹੈ ਅੰਮ੍ਰਿਤਪਾਲ ਸਿੰਘ, ਜਿਸ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ, ਜਿਸ ਦੇ ਉੱਪਰ ਲੱਗਦੇ ਹੋਏ ਦੋਸ਼, ਤੇ ਉਹ ਦੋਸ਼ ਲੱਗਣ ਦਾ ਕਾਰਨ ਕੀ ਹੈ, ਕਿਹੜੇ ਕਾਰਨਾਂ ਦਾ ਕਰਕੇ ਉਸ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਗਈਆਂ, ਭਾਵੇਂ ਉਹ ਆਪਣੇ ਸਾਥੀ ਨੂੰ ਛਡਵਾਉਣ ਦੀ ਗਤੀਵਿਧੀ ਹੋਵੇ ਜਾਂ ਫਿਰ ਉਹ ਤਮਾਮ ਗੱਲਾਂ ਜਿਨ੍ਹਾਂ ਦਾ ਕਰਕੇ ਉਹ ਵੱਡੇ ਸਵਾਲਾਂ ਦੇ ਘਿਰ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ। ਅੱਜ ਦੇ ਪ੍ਰੋਗਰਾਮ ਦਾ ਦਰਮਦਾਰ ਇਸੇ ਦੇ ਉੱਪਰ ਰਹਿਣ ਵਾਲਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਹੋਣਗੇ ਗੁਰਵਿੰਦਰ ਸਿੰਘ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਵੇਖਦੇ ਹੋ ਜਿਹੜੇ ਇਹਨਾਂ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਆਪਣੇ ਸਾਥੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਥਾਣੇ ਦਾ ਘਿਰਾਓ ਕੀਤਾ ਗਿਆ, ਥਾਣੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ, ਕੀ ਕਹਿਣਾ ਚਾਹੁੰਦੇ ਇਸ ਦੇ ਬਾਰੇ?
ਦੇਖੋ ਆਪਾਂ ਅਜਨਾਲੇ ਵਾਲੀ ਘਟਨਾ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਵੈਸੇ ਅੰਮ੍ਰਿਤਪਾਲ ਨੂੰ ਸਮਝਣ ਦੀ ਵੀ ਥੋੜੀ ਜਿਹੀ ਲੋੜ ਹੈਗੀ ਹੈ, ਉਸ ਬਾਰੇ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਤੇ ਦਰਸ਼ਕਾਂ ਦੇ ਨਾਲ ਉਹ ਸਾਰੀ ਗੱਲ ਸਾਂਝੀ ਕਰਾਂਗੇ ਜਿਸ ਤਰੀਕੇ ਦੇ ਨਾਲ ਇਹ ਪੂਰਾ ਕਹਿ ਸਕਦੇ ਆ ਕਿ ਘਟਨਾਕ੍ਰਮ ਸ਼ੁਰੂ ਹੁੰਦਾ ਹੈ। ਪਰ ਜੇਕਰ ਅਜਨਾਲੇ ਦੀ ਸਿਰਫ ਗੱਲ ਕਰਨੀ ਹੋਵੇ ਤੇ ਅਜਨਾਲੇ ਦਾ ਘਟਨਾਕ੍ਰਮ ਦੇ ਜੇਕਰ ਪਿੱਛੇ ਆਪਾਂ ਗਰਾਊਂਡ ਤੇ ਜਾਂਦੇ ਆ ਤੇ ਇੱਕ ਬਹੁਤ ਮਾਮੂਲੀ ਜੀ ਆਪਸੀ ਤਕਰਾਰ ਸੀਗੀ। ਆਪਸੀ ਤਕਰਾਰ ਨੂੰ ਮੈਂ ਇੱਕ ਨਿੱਜੀ ਤਕਰਾਰ ਦੀ ਗੱਲ ਕਰਦਾ ਹੈ ਕਿ ਅੰਮ੍ਰਿਤਪਾਲ ਤੇ ਇੱਕ ਸਿੰਘ ਦੀ ਤਕਰਾਰ ਸੀਗੀ, ਉਹ ਵੀ ਗੁਰਸਿੱਖ ਸੀਗਾ ਤੇ ਉਹਨੇ ਖੁਦ ਨੂੰ ਇਹ ਦਾਅਵਾ ਵੀ ਕੀਤਾ ਕਿ ਉਹ ਖੁਦ ਇੱਕ ਅੰਮ੍ਰਿਤਪਾਲ ਦੇ ਜਥੇ ਦਾ ਇੱਕ ਹਿੱਸਾ ਸੀਗਾ ਤੇ ਖਾਸ ਕਰਕੇ ਅੰਮ੍ਰਿਤਪਾਲ ਹੋਣਾ ਦੇ ਜਿਹੜੇ ਕੋਈ ਸਾਥੀ ਸੀ ਉਹਨਾਂ ਦੀਆਂ ਗਤੀਵਿਧੀਆਂ ਉਹਨੂੰ ਪਸੰਦ ਨਹੀਂ ਸੀਗਾ ਤੇ ਉਹ ਜਾ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਦੱਸਣਾ ਚਾਹੁੰਦਾ ਸੀਗਾ ਜਾਂ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀਗਾ, ਟਾਈਮ ਨਹੀਂ ਸੀਗਾ ਮਿਲਦਾ। ਤੇ ਕੁਛ ਦੇਖੋ ਸੋਸ਼ਲ ਮੀਡੀਆ ਤੇ ਕੀ ਜਿਵੇਂ ਆਪਾਂ ਨਿਊਜ਼ ਆਹੀ ਵੀਡੀਓ ਹੈ, ਹੁਣ ਆਪਣੀ ਵੀਡੀਓ ਦੇ ਨੀਚੇ ਕਿਸੇ ਨੇ ਚੰਗੇ ਕਮੈਂਟ ਕਰਨੇ ਆ, ਕਿਸੇ ਨੇ ਮਾੜੇ ਕਮੈਂਟ ਕਰਨੇ ਆ। ਉਹਦੇ ਵਿੱਚ ਕੀ ਹੈ ਕਿ ਵਿਚਾਰਧਾਰਾ ਹਰ ਇੱਕ ਇੰਡੀਵਿਜੂਅਲ ਦੀ ਹੁੰਦੀ ਹੈ। ਹੁਣ ਤੁਸੀਂ ਹੋ, ਤੁਹਾਡੀ ਵਿਚਾਰਧਾਰਾ ਕੀ ਹੈ, ਮੇਰੀ ਵਿਚਾਰਧਾਰਾ ਕੀ ਹੈ, ਸਾਡਾ ਵਿਚਾਰਕ ਤੌਰ ਤੇ ਮਤਭੇਦ ਹੋ ਸਕਦਾ ਹੈ। ਪਰ ਜੇਕਰ ਕੋਈ ਮੁੱਦਾ ਹੈ ਉਸ ਮੁੱਦੇ ਨੂੰ ਤੇ ਖਾਸ ਕਰਕੇ ਜਿਹੜਾ ਧਰਮ ਦਾ ਮੁੱਦਾ ਹੁੰਦਾ ਬਹੁਤ ਸੈਂਸਿਟਿਵ ਹੁੰਦਾ ਹੈ ਤੇ ਇਸ ਮੁੱਦੇ ਨੂੰ ਸਮਝਣ ਦੀ ਲੋੜ ਹੈਗੀ ਹੈ। ਹੁਣ ਦੇਖੋ ਜਦੋਂ ਸਾਡੀ ਨਿੱਜੀ ਲੜਾਈ ਉਹਦੇ ਨਾਲ ਜਦੋਂ ਸਾਡੀ ਕੋਈ ਨਿੱਜੀ ਲੜਾਈ ਸੀਗੀ, ਤੁਸੀਂ ਉਹਨੂੰ ਦੋ ਚਪੇੜਾ ਮਾਰੇ, ਖੁਦ ਅੰਮ੍ਰਿਤਪਾਲ ਦੇ ਮੂੰਹ ਇਹ ਲਫ਼ਜ਼ ਨਿਕਲੇ ਨੇ, ਉਹਨਾਂ ਨੇ ਕਿਹਾ ਕਿ ਜੇ 2-4 ਚਪੇੜਾ ਮਾਰ ਦਿੱਤੀਆਂ ਤੇ ਕੀ ਹੋ ਗਿਆ। ਜੇ 2-4 ਚਪੇੜਾ ਖੁਦ ਅੰਮ੍ਰਿਤਪਾਲ ਨੇ ਐਕਸੈਪਟ ਕੀਤਾ, ਉਸ ਤੋਂ ਬਾਅਦ ਉਹ ਬੰਦਾ ਜਾ ਕੇ ਸ਼ਿਕਾਇਤ ਦਰਜ ਕਰਾਉਂਦਾ ਹੈ। ਜਦੋਂ ਸ਼ਿਕਾਇਤ ਕਰਾਉਂਦਾ ਹੈ ਤੇ ਤੁਹਾਡੀ ਕਾਨੂੰਨ, ਕਿਉਂਕਿ ਆਪਾਂ ਇੱਕ ਕਹਿ ਸਕਦੇ ਡੈਮੋਕ੍ਰੇਸੀ ਦੇ ਵਿੱਚ ਰਹਿ ਰਹੇ ਤੇ ਉੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਹੈਗੀ ਹੈ ਤੇ ਉਸ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਸੀ। ਜੇਕਰ ਪਰਚਾ ਹੋ ਗਿਆ, ਭਾਵੇਂ ਅੰਮ੍ਰਿਤਪਾਲ ਦੇ ਉੱਤੇ ਪਰਚਾ ਹੋ ਗਿਆ ਜਾਂ ਜਿਹੜੇ ਵੀ ਉਹਦੇ ਸਾਥੀ ਸੀ ਉਹਦੇ ਉੱਤੇ ਪਰਚਾ ਹੋ ਗਿਆ, ਤੂਫਾਨ ਸਿੰਘ ਜਿਹੜੇ ਬੰਦ ਸੀਗੇ ਜੇਲ੍ਹ ਦੇ ਅੰਦਰ ਉਹਨਾਂ ਦੇ ਉੱਤੇ ਪਰਚਾ ਹੋ ਗਿਆ, ਜੋ ਵੀ ਇੱਕ ਕਾਨੂੰਨੀ ਪ੍ਰਕਿਰਿਆ ਸੀਗੇ, ਜੇਕਰ ਅਸੀਂ ਸੱਚੇ ਹਾਂ ਤੇ ਉਹ ਆਪਣੇ ਆਪ ਹੀ ਉਸ ਤੋਂ ਬਾਹਰ ਆ ਜਾਣਾ। ਹਾਂ, ਆਪਾਂ ਮੰਨਦੇ ਹਾਂ ਕਿ ਸਾਡਾ ਸਿਸਟਮ ਦੇ ਵਿੱਚ ਥੋੜ੍ਹੀਆਂ ਬਹੁਤੀਆਂ ਖਾਮੀਆਂ ਹੈਗੀਆਂ ਨੇ ਕਿ ਬੜਾ ਲੈਂਥੀ ਪ੍ਰੋਸੈਸ ਹੈ, ਟਾਈਮ ਲੱਗ ਜਾਂਦਾ ਹੈ। ਬਟ ਜੇਕਰ ਆਪਾਂ ਉੱਥੇ ਆਪਾਂ ਡਿਫੈਂਡ ਕਰਦੇ ਉਸ ਚੀਜ਼ ਨੂੰ ਤੇ ਮੈਨੂੰ ਲੱਗਦਾ ਥੋੜਾ ਜ਼ਿਆਦਾ ਬੈਟਰ ਹੋਣਾ ਸੀ। ਤੇ ਜਿਹੜੀ ਸਾਡੀ ਨਿੱਜੀ ਲੜਾਈ ਹੈ ਉਹਨੂੰ ਕਿਤੇ ਨਾ ਕਿਤੇ ਸਾਨੂੰ ਇਸ ਲੈਵਲ ਦੀ ਲੜਾਈ ਨਹੀਂ ਸੀ ਕਿ ਆਪਾਂ ਕਿਸੇ ਥਾਣੇ ਦੇ ਵਿੱਚ ਚੱਲ ਜਾਈਏ, ਉੱਥੇ ਤੋੜ ਫੋੜ ਕਰੀਏ, ਹਿੰਸਾ ਵਰਗਾ ਮਾਹੌਲ ਬਣਾ ਦਈਏ। ਕਿਉਂਕਿ ਇੱਕ ਛੋਟੀ ਜੀ ਗੱਲ, ਇੱਕ ਉਹ ਵੀ ਨਿੱਜੀ ਲੜਾਈ, ਉਹਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆ ਜਾਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੇ ਇੱਕ ਸਰਬ ਸਾਂਝੀਵਾਲਤਾ ਦੀ ਗੱਲ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਦੀ। ਤੇ ਹੁਣ ਦੇਖੋ ਆਪਾਂ ਉਹਦਾ ਓਟ ਆਸਰਾ ਲੈ ਕੇ ਨੋ ਡਾਊਟ ਹਰ ਕੰਮ ਕਰਦੇ ਹਾਂ। ਆਪਾਂ ਸਵੇਰੇ ਆਫਿਸ ਵੀ ਆਉਣਾ ਹੁੰਦਾ ਹੈ ਜਾਂ ਫਿਰ ਆਪਾਂ ਕੋਈ ਵੀ ਆਪਣਾ ਦਿਨ ਦੀ ਕੋਈ ਦਿਨਚਰਿਆ ਸ਼ੁਰੂ ਕਰਨੀ ਹੁੰਦੀ ਤਾਂ ਆਪਾਂ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਜਿਹੜੇ ਵੀ ਧਰਮ ਨੂੰ ਜਿਹੜਾ ਮੰਨਣ ਵਾਲਾ ਹੈ ਉਹਦੇ ਅੱਗੇ ਸੀਸ ਨਵਾਵੇ ਤੇ ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰੇ। ਇਵੇਂ ਕਰਨਾ ਚਾਹੀਦਾ ਸੀ। ਪਰ ਉੱਥੇ ਆਪਣੀ ਨਿੱਜੀ ਲੜਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ, ਫਿਰ ਉੱਥੇ ਹਿੰਸਾ ਹੋਣਾ, ਇਸ ਤਰੀਕੇ ਦਾ ਮਾਹੌਲ ਹੋਣਾ, ਫਿਰ ਉੱਥੇ ਕੁਰਸੀਆਂ ਢਾਹ ਕੇ ਖੁਦ ਕੁਰਸੀ ਢਾਹ ਕੇ ਅੰਮ੍ਰਿਤਪਾਲ ਬਹਿੰਦੇ ਨੇ, ਉਹਨਾਂ ਦੇ ਸਿੰਘ ਜਿਹੜੇ ਉਹ ਨਾਲ ਤੋੜ ਫੋੜ ਵੀ ਕਰਦੇ ਨੇ। ਕਿਤੇ ਨਾ ਕਿਤੇ ਇਸ ਘਟਨਾਕ੍ਰਮ ਨੇ ਥੋੜਾ ਬੈਕਫੁੱਟ ਤੇ ਅੰਮ੍ਰਿਤਪਾਲ ਨੂੰ ਜ਼ਰੂਰ ਲਿਆਣ ਦਿੱਤਾ ਹੈ ਤੇ ਕਿਤੇ ਨਾ ਕਿਤੇ ਇਹ ਚੀਜ਼ ਉਹਨਾਂ ਨੂੰ ਵੀ ਹੁਣ ਫੀਲ ਕਰਨੀ ਚਾਹੀਦੀ ਹੈ ਤੇ ਇਹਦਾ ਰਿਗਰੈਟ ਹੋਣਾ ਚਾਹੀਦਾ ਹੈ। ਜੀ, ਇੱਕ ਚੀਜ਼ ਦਰਸ਼ਕਾਂ ਨੇ ਵੀ ਵੇਖੀ ਹੋਣੀ ਹੈ, ਇੱਕ ਵੀਡੀਓ ਸੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਐਸਪੀ ਸਾਹਿਬ ਵੀ ਉੱਥੇ ਬੈਠੇ ਸੀ, ਹੋਰ ਤੰਤਰ ਸਾਰਾ ਪੁਲਿਸ ਦਾ ਉੱਥੇ ਬੈਠਾ ਸੀ। ਉਹ ਕਹਿੰਦੇ ਸੀ ਕਿ ਸਾਡੀ ਤੜ ਚੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਨੂੰ ਪਰਖਿਆ ਜਾ ਰਿਹਾ, ਇਸ ਕਰਕੇ ਮੈਂ ਇਕੱਠ ਕੀਤਾ। ਤੁਹਾਨੂੰ ਲੱਗਦਾ ਹੈ ਕਿ ਕੌਮ ਦੀ ਜੇਕਰ ਜਥੇਦਾਰੀ ਤੁਹਾਨੂੰ ਦਿੱਤੀ ਹੈ, ਲੋਕ ਕਹਿੰਦੇ ਨੇ, ਹਾਲਾਂਕਿ ਕਿਸੇ ਵੀ ਕੋਈ ਖਾਸ ਤਵੱਜੋ ਦੇ ਕੇ ਕਿਸੇ ਦੇ ਵੱਲੋਂ ਨਹੀਂ ਇਹ ਸੌਂਪੀ ਗਈ, ਆਪ ਮੁਹਾਰੇ ਕਹਿੰਦੇ ਨੇ ਕਿ ਇਹ ਜਥੇਦਾਰੀ ਇਹਨਾਂ ਦੇ ਵੱਲੋਂ ਲੈ ਲਈ ਗਈ ਹੈ, ਪਰ ਇਸ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੂੰ ਥੋੜਾ ਸਬਰ ਸੰਤੋਖ ਰੱਖਣਾ ਚਾਹੀਦਾ ਸੀ ਇਸ ਚੀਜ਼ ਦੇ ਵਿੱਚ। ਸੁਖਵੀਰ, ਸਭ ਤੋਂ ਪਹਿਲੀ ਗੱਲ ਇਹ ਹੈ, ਇੱਕ ਚੀਜ਼ ਸਮਝਣ ਦੀ ਲੋੜ ਹੈ। ਤਾਂ ਹੀ ਪਹਿਲਾਂ ਮੈਂ ਕਹਿ ਰਿਹਾ ਸੀਗਾ ਨਾ ਕਿ ਆਪਾਂ ਨੂੰ ਥੋੜਾ ਜਿਹਾ ਬੈਕਗਰਾਊਂਡ ਤੇ ਜਾਣਾ ਚਾਹੀਦਾ ਹੈ। ਦੀਪ ਸਿੱਧੂ ਦੀ ਮੌਤ ਹੁੰਦੀ ਹੈ ਕਿਸਾਨੀ ਮੋਰਚੇ ਦੇ ਵਿੱਚ। ਦੀਪ ਸਿੱਧੂ ਦਾ ਅਸਲ ਵਿੱਚ ਨਾਮ ਜਿਹੜਾ ਹਰ ਪੰਜਾਬੀ ਦੇ ਮੂੰਹ ਤੇ ਖਾਸ ਕਰਕੇ ਯੂਥ ਦੇ ਜਿਹੜੇ ਉਹ ਆਈਕਨ ਬਣੇ, ਉਹ ਕਿਸਾਨੀ ਮੋਰਚੇ ਤੋਂ ਬਣੇ। ਜਦੋਂ ਉੱਥੇ ਉਹ ਗੱਲਾਂ ਕਰਦੇ ਸੀਗੇ ਤੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਯੂਥ ਦੇ ਜਿਹੜੇ ਮੁੱਦੇ ਉਹ ਝਲਕਦੇ ਸੀਗੇ, ਪੰਜਾਬ ਦੇ ਮੁੱਦੇ ਝਲਕਦੇ ਸੀ, ਤਾਂ ਕਰਕੇ ਯੂਥ ਜਿਹੜਾ ਨਾ ਇੰਟਰੈਕਟ ਹੁੰਦਾ ਹੈ ਤੇ ਵਿਜ਼ੂਅਲੀ ਇਹਨਾਂ ਚੀਜ਼ਾਂ ਦਾ ਇੰਪੈਕਟ ਜਿਹੜਾ ਨਾ ਉਹ ਕਿਸੇ ਵੀ ਯੂਥ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ ਹੈ। ਤੇ ਜਦੋਂ ਉਹਨਾਂ ਦੀਆਂ ਗੱਲਾਂ ਤੋਂ ਲੋਕ ਪ੍ਰਭਾਵਿਤ ਹੋਏ ਤਾਂ ਇੱਕ ਬਣਿਆ ਬਣਾਇਆ ਪਲੇਟਫਾਰਮ ਸੀਗਾ। ਉਸ ਬਣੇ ਬਣਾਏ ਪਲੇਟਫਾਰਮ ਦੇ ਉੱਤੇ ਇੱਕ ਦੁਬਈ ਦੇ ਵਿੱਚੋਂ ਇਹ ਆਉਂਦੇ ਨੇ, ਆਣ ਕੇ ਤੇ ਉਹਦੇ ਸਿਰਮੌਰ ਉਹਦੇ ਜਿਹੜੇ ਆਗੂ ਬਣ ਜਾਂਦੇ ਨੇ। ਜਦੋਂ ਤੁਸੀਂ ਇੱਕ ਬਣੇ ਬਣਾਏ ਪਲੇਟਫਾਰਮ ਤੇ ਇੱਕ ਭਾਵਨਾਵਾਂ ਸੀਗੀਆਂ, ਇੱਕ ਗੱਲ ਬਹੁਤ ਸਮਝਣ ਦੀ ਲੋੜ ਹੈ। ਦੇਖੋ, ਕਿਸੇ ਦੀਆਂ ਵੀ ਭਾਵਨਾਵਾਂ ਜਿਹੜੀਆਂ ਹੁੰਦੀਆਂ ਨਾ, ਆਪਾਂ ਨੂੰ ਉਹਦੀ ਕਦਰ ਕਰਨੀ ਚਾਹੀਦੀ ਹੈ। ਤੇ ਜਦੋਂ ਦੀਪ ਸਿੱਧੂ ਦੀ ਮੌਤ ਹੁੰਦੀ ਹੈ, ਉਹ ਐਕਸੀਡੈਂਟ ਹੁੰਦਾ ਹੈ, ਭਾਵੇਂ ਉਹ ਐਕਸੀਡੈਂਟ ਕਹਿ ਲਈਏ ਜਾਂ ਉਹਨੂੰ ਲੈ ਕੇ ਬਹੁਤ ਸਾਰੇ ਤਰਕ ਨੇ। ਜਦੋਂ ਐਕਸੀਡੈਂਟ ਹੁੰਦਾ ਹੈ ਤੇ ਉਹ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਸਾਰੀਆਂ ਕਨਵਰਟ ਹੋ ਕੇ ਅੰਮ੍ਰਿਤਪਾਲ ਦੇ ਨਾਲ ਜੁੜ ਜਾਂਦੀਆਂ ਨੇ, ਕਿਉਂਕਿ ਉਸ ਜਥੇਬੰਦੀ ਨੂੰ ਲੀਡ ਕਰਨਾ ਅੰਮ੍ਰਿਤਪਾਲ ਸ਼ੁਰੂ ਕਰ ਦਿੰਦੇ ਨੇ। ਹੁਣ ਜਦੋਂ ਭਾਵਨਾਵਾਂ ਅੰਮ੍ਰਿਤਪਾਲ ਦੇ ਨਾਲ ਜੁੜ ਗਈਆਂ ਤਾਂ ਉਹੀ ਭਾਵਨਾਵਾਂ ਦਾ ਰੂਪ ਜਦੋਂ ਡਿਲੀਵਰਡ ਹੁੰਦਾ ਆਮ ਯੂਥ ਤੱਕ ਤੇ ਕਿਤੇ ਨਾ ਕਿਤੇ ਆਮ ਯੂਥ ਉਹਦੇ ਨਾਲ ਜੁੜ ਜਾਂਦਾ ਹੈ। ਨਾਲੇ ਜਦੋਂ ਤੁਸੀਂ ਪੰਥ ਦੀ ਗੱਲ ਦੇਖੋ,
ਅੰਮ੍ਰਿਤਪਾਲ ਐਵੇਂ ਨਹੀਂ ਹੈ ਕਿ ਸਾਰਾ ਮਾੜਾ ਹੀ ਕੰਮ ਕਰ ਰਿਹਾ, ਜਿਹੜਾ ਉਹ ਅੰਮ੍ਰਿਤ ਸੰਚਾਰ ਦੀ ਗੱਲ ਕਰ ਰਿਹਾ ਹੈ, ਸਿੱਖੀ ਨਾਲ ਜੋੜਨ ਦੀ ਗੱਲ ਕਰ ਰਿਹਾ, ਸਿੱਖ ਪ੍ਰਚਾਰਕ ਹੋਣ ਦੀ ਗੱਲ ਕਰ, ਬਹੁਤ ਚੰਗੀ ਗੱਲ ਆ। ਦੇਖੋ ਕਿੰਨਾ ਯੂਥ ਜਿਹੜਾ ਉਹ ਨਸ਼ੇ 'ਚੋਂ ਬਾਹਰ ਆਵੇਗਾ ਜੇਕਰ ਉਹਦੇ ਚੰਗੇ ਕੰਮਾਂ ਦੀ ਗੱਲ ਕੀਤੀ ਜਾਵੇ। ਪਰ ਜੇਕਰ ਤੁਹਾਨੂੰ ਆਪਣਾ ਸਿਰਮੌਰ, ਤੁਸੀਂ ਖੁਦ ਕਹਿ ਰਹੇ ਹੋ ਜਾਂ ਤੁਹਾਨੂੰ ਕੋਈ ਮੰਨ ਰਿਹਾ ਹੈ, ਜੇ ਯੂਥ ਤੁਹਾਨੂੰ ਫੋਲੋ ਕਰ ਰਿਹਾ, ਮੈਨੂੰ ਲੱਗਦਾ ਕਿ ਉਹਨੂੰ ਇਹ ਚੀਜ਼ ਸੰਭਾਲ ਕੇ ਰੱਖਣੀ ਚਾਹੀਦੀ ਹੈ, ਇਸ ਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੀ ਜਿਹੜੀ ਵਰਡਿੰਗ ਹੁੰਦੀ ਹੈ, ਬੋਲਣ ਦਾ ਤਰੀਕਾ ਹੁੰਦਾ ਹੈ, ਕਿਤੇ ਨਾ ਕਿਤੇ ਉਹ ਥੋੜਾ ਬਹੁਤਾ ਤੇ ਖਟਕਦਾ ਹੈ। ਤੇ ਜੇਕਰ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਦੇਖੋ ਹਰ ਬੰਦੇ ਦੀ ਇੰਡੀਵਿਜੂਅਲ, ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਹਰ ਇੱਕ ਦੀ ਇੰਡੀਵਿਜੂਅਲ ਆਪੋ ਆਪਣੇ ਵਿਚਾਰ ਹੁੰਦੇ ਨੇ। ਪਰਿਵਾਰ ਦੇ ਵਿੱਚ ਆਪਾਂ 5 ਮੈਂਬਰ ਹੁੰਨੇ, ਆਪਣੇ 5 ਦੇ ਨਹੀਂ ਰਲਦੇ, ਫਿਰ ਇੱਥੇ ਲੋਕਾਂ ਦੇ ਕਿਵੇਂ ਰਲ ਜਾਣਗੇ। ਪਰ ਜਦੋਂ ਮੁੱਦਾ ਸਾਡਾ ਇੱਕ ਹੈ, ਜਦੋਂ ਸਾਡਾ ਕਹਿ ਸਕਦੇ ਕਿ ਨਿਸ਼ਾਨਾ ਜਿਹੜਾ ਉਹ ਮੱਛੀ ਦੀ ਅੱਖ ਹੈ, ਫਿਰ ਆਪਾਂ ਉੱਤੇ ਕੰਮ ਕਰੀਏ। ਫਿਰ ਆਪਾਂ ਨੂੰ ਜਦੋਂ ਯੂਥ ਨੂੰ ਬਾਹਰ ਕੱਢਣਾ ਹੈ ਨਸ਼ਿਆਂ ਤੋਂ, ਉੱਤੇ ਗੱਲ ਕਰੀਏ। ਜਦੋਂ ਆਪਾਂ ਸਿੱਖੀਜ਼ਮ ਦੀ ਗੱਲ ਕਰਦੇ ਹਾਂ, ਫਿਰ ਬੰਦੀ ਸਿੰਘ ਕਿੰਨਾ ਟਾਈਮ ਤੋਂ ਬੰਦ ਹੈ, ਉਹਨਾਂ ਵਾਸਤੇ ਤੇ ਮੋਰਚੇ ਲੱਗੇ ਨਹੀਂ, ਉਹਨਾਂ ਵਾਸਤੇ ਤੇ ਇਸ ਤਰੀਕੇ ਦੇ ਨਾਲ ਕਿਤੇ ਜਾ ਕੇ ਉਹ ਥਾਣਾ ਕਬਜ਼ਾ ਕਰ ਲੈਣਾ ਜਾਂ ਇਸ ਤਰੀਕੇ ਦੀ ਗੱਲ ਹੋਈ ਨਹੀਂ। ਉਹ ਬਰਗਾੜੀ ਕਾਂਡ ਹੋਇਆ, ਹਾਲੇ ਤੱਕ ਉਸ ਕਾਂਡ ਨੂੰ ਲੈ ਕੇ ਕਿੰਨਾ ਕੁਝ ਚੱਲ ਰਿਹਾ, ਉੱਥੋਂ ਦੀ ਤੇ ਗੱਲ ਹੁਣ ਤੱਕ ਹੋਈ ਨਹੀਂ। ਉੱਥੇ ਜਾ ਕੇ ਮੋਰਚਾ ਲਾਉਂਦੇ, ਉੱਥੇ ਜਾ ਕੇ ਉਹਨੂੰ ਛੁਡਾਉਣ ਵਾਸਤੇ, ਉਹ ਬੰਦੀ ਸਿੰਘਾਂ ਵਾਸਤੇ ਇੰਨਾ ਐਫਰਟ ਕੀਤਾ ਹੁੰਦਾ, ਫਿਰ ਸ਼ਾਇਦ ਕੌਮ ਨੇ ਵੀ ਸੋਚਣਾ ਸੀਗਾ ਭਈ ਕੌਮ ਦੀ ਗੱਲ ਹੋ ਰਹੀ ਹੈ। ਪਰ ਜੇ ਤੁਸੀਂ ਨਿੱਜੀ ਲੜਾਈ ਵਾਸਤੇ ਤੁਹਾਨੂੰ ਇਹ ਹੋ ਗਿਆ ਕਿ ਮੇਰੇ ਤੇ ਪਰਚਾ ਕਿਉਂ ਹੋ ਸਕਦਾ, ਕਿ ਮੈਂ ਜੇ ਮੇਰੇ ਤੇ ਪਰਚਾ ਹੋ, ਜਦੋਂ ਆਪਾਂ ਕਦੇ ਕਿਸੇ ਚੀਜ਼ ਨੂੰ ਮੈਂ ਤੇ ਲੈ ਜਾਂਦੇ ਨਾ, ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਤੁਹਾਨੂੰ ਇੰਪੈਕਟ ਕਰਦੀ ਹੈ। ਬਟ ਹਾਂ ਚਲੋ, ਹਰ ਇੱਕ ਦੇ ਇੰਡੀਵਿਜੂਅਲ ਵਿਚਾਰ ਹੁੰਦੇ ਆ, ਉਹਨਾਂ ਦਾ ਤਰੀਕਾ ਜਿਹੜਾ ਉਹ ਉਸ ਤਰੀਕੇ ਨਾਲ ਹੋ ਸਕਦਾ ਹੈ, ਤੇ ਹਰ ਇੱਕ ਦੇ ਜਿਹੜੇ ਵੱਖੋ ਵੱਖਰੇ ਵਿਚਾਰ ਆਪਾਂ ਨੂੰ ਸਭ ਦੀ ਕਦਰ ਕਰਨੀ ਚਾਹੀਦੀ ਹੈ। ਇਹ ਇੱਕ ਚੀਜ਼ ਉਹਨਾਂ ਦੇ ਵੱਲੋਂ ਕਿਹਾ ਗਿਆ, ਬੀਤੇ ਕੱਲ ਦਾ ਹੀ ਉਹਨਾਂ ਦਾ ਬਿਆਨ ਹੈ, ਉਹ ਕਹਿੰਦੇ ਕਿ ਮੈਂ ਭਾਰਤੀ ਨਹੀਂ ਹਾਂ, ਮੈਂ ਸਿੱਖ ਹਾਂ ਤੇ ਪੰਜਾਬੀ ਹਾਂ। ਜਿਹੜਾ ਮੇਰੇ ਕੋਲੇ ਪਾਸਪੋਰਟ ਹੈ ਉਹ ਸਿਰਫ ਇੱਕ ਸਫਰੀ ਦਸਤਾਵੇਜ਼ ਹੈ, ਸਿਰਫ ਜ਼ਰੂਰਤ ਦੇ ਲਈ ਵਰਤਿਆ ਜਾਣ ਵਾਲੀ ਚੀਜ਼ ਹੈ। ਇਸ ਦੇ ਉੱਪਰ ਕੀ ਸੋਚ ਰੱਖਦੇ ਹੋ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਸਾਰਾ ਕੁਝ ਵਰਤਦੇ ਉਹਨਾਂ ਦੇ, ਪੁਲਿਸ ਉਹਨਾਂ ਦੀ, ਲਾਇਸੈਂਸ ਜਿਹੜੇ ਹਥਿਆਰ ਉਹਨਾਂ ਦੇ ਮੋਢਿਆਂ ਦੇ ਉੱਤੇ ਟੰਗੇ ਹੋਏ ਨੇ ਉਹ ਵੀ ਭਾਰਤ ਸਰਕਾਰ ਦੇ ਦਿੱਤੇ ਹੋਏ ਨੇ। ਇਸ ਚੀਜ਼ ਤੋਂ ਕੀ ਸਮਝਦੇ ਹੋ ਕਿ ਸਿੱਧੇ ਤੌਰ ਦੇ ਉੱਪਰ ਚੇਤਾਵਨੀ ਦਿੱਤੀ ਜਾ ਰਹੀ? ਦੇਖੋ ਸੁਖਵੀਰ, ਸਿੱਧੀ ਜੀ ਗੱਲ ਹੈ ਯਾਰ, ਆਪਾਂ ਨਾ ਗੱਲ ਇੱਥੇ ਇਹ ਕਰੀਏ ਕਿ ਉਹ ਭਾਰਤੀ ਹੈ ਨਹੀਂ ਹੈ, ਜਦੋਂ ਪਹਿਲਾਂ ਹੀ ਵੱਖਵਾਦ ਦੀ ਗੱਲ ਕਰ ਰਹੇ ਨੇ, ਜਦੋਂ ਉਹ ਪਹਿਲਾਂ ਹੀ ਗੱਲ ਕਰ ਰਹੇ ਨੇ ਕਿ ਅਸੀਂ ਖਾਲਿਸਤਾਨ ਬਣਾਉਣਾ ਹੈ, ਖਾਲਿਸਤਾਨ ਦੀ ਹੁਣ ਖਾਲਿਸਤਾਨ ਦੀ ਰੂਪ ਰੇਖਾ ਕੀ ਹੋਵੇਗੀ ਜਾਂ ਉਹਦਾ ਮਾਡਲ ਕੀ ਹੈ, ਇਹ ਚੀਜ਼ ਤੇ ਹਾਲੇ ਆਉਣੀ ਬਾਕੀ ਹੈ। ਪਰ ਜਦੋਂ ਆਪਾਂ ਖਾਲਿਸਤਾਨ ਦੀ ਗੱਲ ਕਰ ਰਹੇ, ਪਹਿਲਾਂ ਹੀ ਵੱਖਰੇ ਹੋਣ ਦੀ ਗੱਲ ਕਰ ਰਹੇ ਹਾਂ, ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਸੁਭਾਵਿਕ ਹੈ। ਦੇਖੋ ਅਕਸਰ ਤੁਸੀਂ ਦੇਖਿਆ ਹੋਣਾ, ਜਿੰਨੇ ਵੀ ਹੁਣ ਤੱਕ ਪੰਜਾਬ ਦੇ ਵਿੱਚ ਖਾੜਕੂ ਲਹਿਰ ਪਹਿਲਾਂ ਵੀ ਰਹੀ ਹੈ ਤੇ ਹੁਣ ਦੇ ਵੀ ਜਿਹੜੇ ਵੀ ਅਕਸਰ ਖਾਲਿਸਤਾਨ ਦੀ ਸਿਮਰਨਜੀਤ ਮਾਨ ਵੀ ਕਿੰਨੇ ਟਾਈਮ ਤੋਂ ਮੰਗ ਕਰ ਰਹੇ ਨੇ, ਇਹ ਚੀਜ਼ਾਂ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ। ਮੇਰੇ ਹਿਸਾਬ ਦੇ ਨਾਲ ਇਸ ਬਿਆਨਬਾਜ਼ੀ ਨੂੰ ਜਿਹੜਾ ਹੈ ਆਪਾਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਕਿ ਜਦੋਂ ਪਹਿਲੇ ਤੋਂ ਖਾਲਿਸਤਾਨ ਦੀ ਮੰਗ ਕਰ ਰਹੇ ਨੇ, ਉਹ ਇੱਕ ਵੱਖਰੇ ਸਟੇਟ ਦੀ ਗੱਲ ਕਰ ਰਹੇ ਨੇ, ਤੇ ਜਦੋਂ ਵੱਖਰੇ ਸਟੇਟ ਦੀ ਗੱਲ ਕਰ ਰਹੇ ਨੇ ਤੇ ਫਿਰ ਇਹੋ ਜਿਹੇ ਬਿਆਨ ਤੇ ਆਉਣੇ ਸੁਭਾਵਿਕ ਹੈ। ਮੈਨੂੰ ਇਸ ਬਿਆਨ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਤੋੜ ਮਰੋੜ ਕੇ ਐਵੇਂ ਦਾ ਕੁਝ ਲੱਗ ਨਹੀਂ ਰਿਹਾ। ਅੱਜ ਦੇ ਸਮੇਂ ਦੀ, ਮੌਜੂਦਾ ਸਮੇਂ ਦੀ ਗੱਲ ਕਰੀਏ, ਫਿਰ ਅੱਜ ਜਿਹੜਾ ਦੌਰ ਚੱਲਦਾ ਹੈ ਇਹ ਟੇਬਲ ਟਾਕ ਦਾ ਦੌਰ ਹੈ, ਇਹ ਤੇ ਡਾਇਲੌਗ ਤੇ ਗੱਲ ਹੋਣੀ ਹੈ। ਜੇਕਰ ਆਪਾਂ ਅੱਜ ਦੇ ਸਮੇਂ ਦੇ ਵਿੱਚ ਲੜ ਕੇ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਲੱਗਦਾ ਨਹੀਂ ਕਿ ਇਸ ਦੀ ਚੀਜ਼ ਦੇ ਉੱਤੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਕਿ IPS ਬਣੀਏ, DC ਬਣੀਏ? 100% ਇਹ ਤੁਹਾਡੀ ਗੱਲ ਦੇ ਨਾਲ ਮੈਂ 100% ਸਹਿਮਤ ਹਾਂ। ਦੇਖੋ ਅਸਲ ਵਿੱਚ ਦੇਖੋ, ਜੇ ਆਪਾਂ ਇਹਦਾ ਇੱਕ ਐਗਜ਼ਾਮਪਲ ਲੈਣਾ ਹੋਵੇ, ਯੂਕਰੇਨ ਹੈ, ਕਿੰਨੀ ਦੇਰ ਤੋਂ ਰੂਸ ਯੂਕਰੇਨ ਆਪਸ ਦੇ ਵਿੱਚ ਲੜੀ ਮਰੀ ਜਾਂਦਾ ਹੈ। ਯੂਕਰੇਨ ਕਿੰਨਾ ਛੋਟਾ ਦੇਸ਼ ਹੈ, ਜੇ ਚਾਹੇ ਤੇ ਉਹਨੂੰ ਰੂਸ ਕਦੋਂ ਦਾ ਖਤਮ ਕਰ ਦਿੱਤਾ ਹੁੰਦਾ, ਪਰ ਅੱਜ ਵੀ ਉਹ ਜੂਝ ਰਿਹਾ ਹੈ, ਅੱਜ ਵੀ ਉਹ ਲੜ ਰਿਹਾ ਹੈ, ਪਰ ਉਹ ਲੜਾਈ ਇੱਦਾਂ ਖਤਮ ਕਦੇ ਵੀ ਨਹੀਂ ਹੋਣੀ। ਅਕਸਰ ਤੁਹਾਡੇ ਕੋਈ ਵੀ ਅੱਜ ਤੱਕ ਐਡੇ ਵੱਡੇ ਕਹਿ ਸਕਦੇ ਕਿ ਆਪਾਂ ਇੰਨੇ ਵੱਡੇ ਯੁੱਧ ਹੋਏ ਜਾਂ ਇੰਨੇ ਵੱਡੇ ਪ੍ਰੋਬਲਮਸ ਹੁੰਦੀਆਂ, ਕੋਈ ਵੀ ਇਸ਼ੂ ਹੈ, ਉਹਦਾ ਜਿਹੜਾ ਆਖਰੀ ਹੱਲ ਹੈ ਉਹ ਟੇਬਲ ਟਾਕ ਹੀ ਹੁੰਦੀ ਹੈ, ਟੇਬਲ ਤੇ ਬਹਿ ਕੇ ਨਿਬੇੜਿਆ ਜਾ ਸਕਦਾ ਹੈ। ਤੇ ਨਾਲੇ ਦੂਜੀ ਗੱਲ ਇੱਕ ਹੈ, ਜਦੋਂ ਆਪਾਂ ਇਹ ਥੋੜਾ ਜਿਹਾ ਕਹਿ ਸਕਦੇ ਆਪਾਂ ਕਿ ਥੋੜਾ ਜਿਹਾ ਕਈਆਂ ਨੂੰ ਸਹੀ ਨਹੀਂ ਲੱਗਣੀ ਇਹ ਚੀਜ਼, ਪਰ ਜਦੋਂ ਆਪਾਂ ਕੌਮ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇੱਕ ਕਿੱਤੇ ਦੀ ਗੱਲ ਕਰਦੇ ਹਾਂ ਨਾ, ਜਦੋਂ ਆਪਾਂ ਇੰਡੀਵਿਜੂਅਲ ਆਪਣੇ ਆਪ ਨੂੰ ਨਹੀਂ ਰਹਿਣ ਦਿੰਦੇ, ਸਾਡੀ ਕੋਈ ਫਿਰ ਨਿੱਜੀ ਜ਼ਿੰਦਗੀ ਨਹੀਂ ਹੋ ਜਾਂਦੀ, ਫਿਰ ਸਾਡੀ ਜ਼ਿੰਦਗੀ ਜਿਹੜੀ ਉਹ ਕੌਮ ਦੇ ਲੇਖੇ ਲੱਗ ਜਾਂਦੀ। ਜਿਵੇਂ ਚਲੋ ਇਹਦੇ ਨਾਲ ਤੁਲਨਾ ਕਰਨਾ ਤੇ ਬਹੁਤ ਵੱਡੀ ਗੱਲ ਹੋ ਗਈ ਕਿ ਜਦੋਂ ਕੌਮ ਦੇ ਜਿਹੜੇ ਆਗੂ ਸੀਗੇ ਸਾਡੇ, ਉਹਨਾਂ ਨੇ ਕੀ ਕੁਝ, ਉਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ, ਉਹਨਾਂ ਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ। ਪਰ ਜੇਕਰ ਜਦੋਂ ਆਪਾਂ ਆਪਣੀ ਨਿੱਜੀ ਜ਼ਿੰਦਗੀ ਕੋਈ ਰਹਿਣ ਨਹੀਂ ਦਿੱਤੀ, ਫਿਰ ਉਸ ਕੰਡੀਸ਼ਨ ਦੇ ਵਿੱਚ ਸਾਨੂੰ ਕੀ ਚਾਹੀਦਾ ਹੈ ਕਿ ਜੇਕਰ ਸਾਡੇ ਉੱਤੇ ਕੋਈ ਵਿਡੰਬਣਾ ਆਉਂਦੀ ਹੈ, ਕੋਈ ਔਂਕੜ ਆਉਂਦੀ ਹੈ, ਸਾਨੂੰ ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਚਾਹੀਦਾ ਤੇ ਗੱਲ ਪੰਥ ਦੀ ਕਰਨੀ ਚਾਹੀਦੀ ਹੈ, ਗੱਲ ਕੌਮ ਦੀ ਕਰਨੀ ਚਾਹੀਦੀ ਹੈ। ਫਿਰ ਜੇਕਰ ਸਾਡਾ ਇੱਕ ਸਿੰਘ ਜਿਹੜਾ ਉੱਥੇ ਚਲ ਗਿਆ, ਉਸ ਜੇਲ੍ਹ ਦੇ ਵਿੱਚ ਚਲ ਗਿਆ, ਉਸ ਸਿੰਘ ਨੂੰ ਜਾਂ ਪੁਲਿਸ ਕਸਟਡੀ ਦੇ ਵਿੱਚ ਉਸ ਸਿੰਘ ਨੂੰ ਰਿਹਾ ਕਰਾਓ, ਤੁਸੀਂ ਕਾਨੂੰਨੀ ਪ੍ਰਕਿਰਿਆ ਦਾ ਸਹਾਰਾ ਲੈ ਲਓ,
ਪਰ ਜਿਸ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਅਗਰ ਆਪਾਂ ਕਰਦੇ, ਥੋੜਾ ਪੁਲਿਸ ਨੂੰ ਵੀ ਚਾਹੀਦਾ ਸੀ ਐਡੀ ਜਲਦੀ ਕੇਸ ਮੇਰੇ ਹਿਸਾਬ ਦੇ ਨਾਲ ਰੱਦ ਕਰਨ ਦਾ ਤੇ ਕੋਈ ਮਤਲਬ ਨਹੀਂ ਬਣਦਾ। ਤੇ ਨਾਲ ਇੱਕ ਚੀਜ਼ ਹੋਰ ਹੈ, ਜਾਂ ਤਾਂ ਫਿਰ ਪੁਲਿਸ ਨੇ ਗਲਤ ਕੇਸ ਕੀਤਾ ਸੀਗਾ ਉਹ ਤਾਂ ਕਰਕੇ ਇਦਾਂ ਰੱਦ ਕਰ ਦਿੱਤਾ ਗਿਆ, ਤੇ ਜੇ ਦੂਜੇ ਪਾਸੋਂ ਸੋਚੀ ਜਾਂ ਫਿਰ ਪ੍ਰੈਸ਼ਰ ਦੇ ਹੇਠ ਕਰ ਦਿੱਤਾ ਗਿਆ। ਹੁਣ ਇਹ ਦੋਵੇਂ ਚੀਜ਼ਾਂ ਸਮਝਣ ਦੀ ਲੋੜ ਹੈ। ਤੇ ਦੂਜੀ ਗੱਲ, ਪੰਜਾਬ ਦੇ ਵਿੱਚ ਅੱਗ ਲਾਉਣ ਵਾਲਿਆਂ ਦੀ ਕਮੀ ਨਹੀਂ ਹੈਗੀ। ਹੁਣ ਰਵਨੀਤ ਬਿੱਟੂ ਵੀ ਕਿਸ ਤਰੀਕੇ ਨਾਲ ਉਕਸਾਉਂਦੇ ਹੋਏ ਨਜ਼ਰ ਆਉਂਦੇ ਨੇ। ਤੁਸੀਂ ਦੇਖਿਆ ਰਵਨੀਤ ਬਿੱਟੂ ਦੇ ਪਿਛਲੇ ਬਿਆਨ ਕੱਢ ਕੇ ਦੇਖ ਲਈਏ। ਕਦੇ ਉਹ ਕਹਿੰਦੇ ਜੀ ਇਹਨਾਂ ਨੇ ਵੀਜ਼ਾ ਲੈਣਾ ਸੀਗਾ ਤਾਂ ਕਰਕੇ ਇਹਨਾਂ ਨੇ ਇਦਾਂ ਕੀਤਾ, ਕਦੇ ਕਹਿੰਦੇ ਲਓ ਜੀ ਛੋਟੇ ਜਿਹੇ ਮੁਕੱਦਮੇ ਤੋਂ ਜਾਂ ਛੋਟੇ ਜਿਹੇ ਪਰਚੇ ਦੇ ਉੱਤੋਂ ਡਰ ਗਿਆ ਹੈ ਨਾ। ਇਹ ਸੌਂਦੇ ਨੇ, ਇਹ ਘਿਓ ਦੇ ਅੱਗ ਦੇ ਵਿੱਚ ਨਾ ਘਿਓ ਪਾਉਣ ਦਾ ਕੰਮ ਕਰਦੇ ਨੇ। ਤੇ ਇਹਨਾਂ ਚੀਜ਼ਾਂ ਤੋਂ ਸਾਨੂੰ ਬਾਜ਼ ਆਉਣ ਦੀ ਲੋੜ ਹੈ। ਤੇ ਜਿੰਨਾ ਚਿਰ ਤੱਕ ਇਹ ਹੁੰਦਾ ਰਿਹਾ ਉਨੀ ਦੇਰ ਤੱਕ ਇਹ ਪ੍ਰੋਬਲਮ ਕਦੇ ਵੀ ਠੰਡੀ ਨਹੀਂ ਹੋ ਸਕਦੀ। ਦੂਜੀ ਗੱਲ, ਇਹ ਰਵਨੀਤ ਬਿੱਟੂ ਦੀ, ਹੁਣ ਮਜੀਠੀਆ ਸਾਹਿਬ ਦੀ ਗੱਲ ਕਰ ਲੈਂਦੇ ਹਾਂ। ਅੱਜ ਮੈਂ ਮਨਦੀਪ ਮੰਨਾ ਦੀ ਵੀ ਇੱਕ ਉਹ ਦੇਖ ਰਿਹਾ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਨੇ ਨਹੀਂ ਸੰਭਾਲ ਸਕਿਆ ਜਾਂ ਪ੍ਰਸ਼ਾਸਨ ਨਹੀਂ ਕਰ ਸਕਿਆ, ਯਾਰ ਦੇਖੋ ਪ੍ਰਸ਼ਾਸਨ ਨੇ, ਮੇਰੇ ਹਿਸਾਬ ਦੇ ਨਾਲ ਪ੍ਰਸ਼ਾਸਨ ਨੇ ਸਭ ਤੋਂ ਵਧੀਆ ਡੀਲ ਕੀਤਾ ਹੈ ਇਸ ਕੇਸ ਨੂੰ। ਜਿੰਨੀ ਵਧੀਆ ਤਰੀਕੇ ਦੇ ਨਾਲ ਪੁਲਿਸ ਨੇ ਹੈਂਡਲ ਕੀਤਾ ਹੈ, ਮੇਰੇ ਹਿਸਾਬ ਦੇ ਨਾਲ ਹੁਣ ਤੱਕ ਮੇਰੇ ਐਕਸਪੀਰੀਅੰਸ ਦੇ ਵਿੱਚ ਕੋਈ ਕੇਸ ਇਸ ਤਰੀਕੇ ਦਾ ਖਾਸ ਕਰਕੇ ਇੰਨਾ ਸੈਂਸਿਟਿਵ ਹੋਵੇ ਤੇ ਉਹਨੂੰ ਡੀਲ ਕਰ ਲਈਏ, ਮੇਰੇ ਹਿਸਾਬ ਦੇ ਨਾਲ ਕੋਈ ਐਗਜ਼ਾਮਪਲ ਨਹੀਂ ਹੈਗਾ। ਜਿਸ ਤਰੀਕੇ ਦੇ ਨਾਲ ਪੁਲਿਸ ਨੇ, ਭਾਵੇਂ ਪੁਲਿਸ ਨੂੰ ਉਹਦੇ ਵਿੱਚ ਥੋੜਾ ਬਹੁਤਾ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ, ਦੋਵਾਂ ਧਿਰਾਂ ਵੱਲੋਂ ਹੋਇਆ, ਖਾਲੀ ਪੁਲਿਸ ਦੇ ਨਹੀਂ ਹੋਏ, ਦੋਵਾਂ ਪਾਸੋਂ ਜਦੋਂ ਕਲੈਸ਼ ਹੁੰਦਾ ਹੈ ਤਾਂ ਦੋਵਾਂ ਪਾਸੋਂ ਨੁਕਸਾਨ ਹੁੰਦਾ ਹੈ। ਬਟ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਨੂੰ ਸਮਝਿਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੱਤ ਰੱਖੀ। ਤੇ ਦੂਜੀ ਗੱਲ, ਇਹ ਬਹੁਤ ਗਲਤ ਹੈ, ਭਾਵੇਂ ਉਹ ਅਕਾਲ ਤਖਤ ਸਾਹਿਬ ਨੇ ਵੀ, ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਸੂ ਮੋਟੋ ਲਿਆ ਤੇ ਉਹਦੇ ਉੱਤੇ ਇੱਕ ਕਮੇਟੀ, ਸਬ ਕਮੇਟੀ ਬਣਾ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ, ਜਿਹਦੇ ਵਿੱਚ ਸਿੱਖ ਵਿਦਵਾਨ ਹੋਣਗੇ। ਦੇਖੋ ਕਿਤੇ ਵੀ ਭਾਵੇਂ ਸਾਡੀ ਨਿੱਜੀ ਲੜਾਈ ਹੈ ਨਾ, ਉਹਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਕੋਈ ਰੋਲ ਨਹੀਂ ਹੈਗਾ। ਆਪਾਂ ਉਹਦਾ ਓਟ ਆਸਰਾ ਲੈਣਾ, ਗੁਰਦੁਆਰਾ ਸਾਹਿਬ ਜਾਈਏ ਉੱਥੇ ਅਰਦਾਸ ਕਰ ਲਈਏ, ਜਾਂ ਗੁਰੂ ਗ੍ਰੰਥ ਸਾਹਿਬ ਤੇ ਯਾਰ ਸਭ ਜਗ੍ਹਾ ਹੀ ਹੈ, ਜਿੱਥੇ ਵੀ ਤੁਸੀਂ ਹਰ ਗੁਰੂ ਘਰ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਰੇ ਵਧੀਆ ਇੱਕੋ ਹੀ ਹੈ ਨਾ। ਆਪਾਂ ਉਹਦੇ ਡਿਫਰੈਂਸ ਥੋੜੀ ਕਰ ਸਕਦੇ। ਜੇ ਆਪਾਂ ਨਾਲ ਲੈ ਕੇ ਜਾਵਾਂਗੇ ਤਾਂ ਦੂਜਾ ਉੱਥੇ ਰੱਖਾਂਗੇ ਤੇ ਉਹ ਦੂਜਾ। ਨਾਲ ਜਿਹੜੇ ਐਗਜ਼ਾਮਪਲ ਦੇ ਰਹੇ ਆ ਆਪਾਂ, ਇਹ ਵੀ ਗੱਲ ਸਮਝਣੀ ਪੈਣੀ। ਆਪਾਂ ਐਗਜ਼ਾਮਪਲ ਦੇ ਰਹੇ ਆ ਕਿਸਾਨੀ ਮੋਰਚੇ ਵਾਲੇ ਗੁਰੂ ਗ੍ਰੰਥ ਸਾਹਿਬ ਦੀ, ਆਪਾਂ ਐਗਜ਼ਾਮਪਲ ਦੇ ਰਹੇ ਆ ਸ਼ਰਾਬ ਫੈਕਟਰੀ ਵਾਲੇ, ਆਪਾਂ ਹੋਰ ਜਿਹੜੇ ਪੰਜਾਬ ਦੇ ਵਿੱਚ ਮੋਰਚੇ ਲੱਗੇ ਉਹਨਾਂ ਦੀ ਗੱਲ ਕਰ ਰਹੇ ਆ। ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੋਹਰੀ ਨਹੀਂ ਬਣਾਇਆ ਗਿਆ, ਅੱਗੇ ਨਹੀਂ ਗਾ ਲਗਾਇਆ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਗਿਆ। ਕਿਉਂਕਿ ਅਸੀਂ ਸਾਡੀ ਸਿੱਖ ਪ੍ਰਥਾ ਹੀ ਇਹੋ ਜਿਹੀ ਆ, ਸਾਰੇ ਯਕੀਨ ਰੱਖਦੇ ਨੇ ਜਦੋਂ ਉੱਥੇ ਰਹਿਣਾ ਪੱਕਾ ਹੀ ਮੋਰਚਾ ਲੱਗ ਗਿਆ ਤੇ ਫਿਰ ਸਾਡੀ ਆਸਥਾ ਹੁੰਦੀ ਹੈ। ਫਿਰ ਅਸੀਂ ਲਾਗੇ ਬੰਨੇ ਜੇਕਰ ਗੁਰੂ ਗ੍ਰੰਥ ਸਾਹਿਬ ਸਾਡੇ ਹੋਏਗਾ ਤੇ ਸਾਡੀ ਆਸਥਾ ਹੋਏਗੀ, ਅਸੀਂ ਸਵੇਰੇ ਸ਼ਾਮ ਉੱਤੇ ਨਤਮਸਤਕ ਹੋ ਸਕਾਂਗੇ। ਇਹ ਗੱਲ ਹੁੰਦੀ ਹੈ। ਪਰ ਕਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ, ਦਿੱਲੀ ਮੋਰਚਾ ਲੱਗਾ ਸੀ, ਲਾਲ ਕਿਲੇ ਵੱਲ ਨੂੰ ਨਹੀਂ ਲੈ ਕੇ ਤੁਰ ਪਏ ਗੁਰੂ ਗ੍ਰੰਥ ਸਾਹਿਬ ਨੂੰ, ਉੱਥੇ ਵੀ ਤਾਂ ਲੈ ਕੇ ਜਾਣਾ, ਉੱਥੇ ਕਿਉਂ ਨਹੀਂ ਲੈ ਕੇ ਚਲੇਗੀ? ਤੇ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਆੜ ਨਹੀਂ ਲੈਣੀ ਚਾਹੀਦੀ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਨੇ। ਉਹਨਾਂ ਵਾਸਤੇ ਜਿਹੜੇ ਪੁਲਿਸ ਵਾਲੇ ਸੀ ਸਾਹਮਣੇ, ਉਹਨਾਂ ਦੀ ਵੀ ਸ਼ਰਧਾ ਉਨੀ ਹੈ ਜਿੰਨੀ ਅੰਮ੍ਰਿਤਪਾਲ ਦੀ ਹੈ ਜਾਂ ਜਿੰਨੀ ਸਾਡੇ ਵਰਗਿਆਂ ਦੀ ਹੈ। ਤੇ ਮੇਰੇ ਹਿਸਾਬ ਦੇ ਨਾਲ ਅੰਮ੍ਰਿਤਪਾਲ ਨੂੰ ਇਹ ਚਾਹੀਦਾ ਹੈ, ਉਹਨਾਂ ਨੂੰ ਯੂਥ ਨੇ ਬਹੁਤ ਵੱਡਾ ਹੁੰਗਾਰਾ ਦਿੱਤਾ ਹੈ ਤੇ ਮੇਰੇ ਹਿਸਾਬ ਦੇ ਨਾਲ ਉਸ ਹੁੰਗਾਰੇ ਨੂੰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਤੇ ਉਹ ਬਹੁਤ ਚੰਗਾ ਕੰਮ ਕਰ ਰਹੇ ਨੇ, ਖਾਸ ਕਰਕੇ ਜਿਸ ਤਰੀਕੇ ਨਾਲ ਸਿੱਖੀ ਪ੍ਰਚਾਰ ਦੀ, ਜਾਂ ਫਿਰ ਆਪਾਂ ਇਹਦੀ ਗੱਲ ਕਰ ਲਈਏ ਦੂਜਾ ਅੰਮ੍ਰਿਤ ਸੰਚਾਰ ਦੀ ਗੱਲ ਕਰ ਲਈਏ, ਯੂਥ ਨੂੰ ਨਸ਼ੇ ਤੋਂ ਅਵੇਅਰ ਕਰਨ ਦੀ ਗੱਲ ਕਰ ਲਈਏ। ਜਿਹੜਾ ਸਾਡਾ ਯੂਥ ਇੱਥੋਂ ਜਿੰਨੀ ਵੀ ਕਰੀਮ ਹੈ ਬਾਹਰ ਨੂੰ ਤੁਰੀ ਜਾ ਰਹੀ ਹੈ, ਉਹਨੂੰ ਵਾਪਸ ਆਪਣੀ ਕੰਟਰੀ ਵੱਲ ਮੋੜਨ ਦੀ ਗੱਲ ਕਰ ਲਈਏ। ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਜਾਈਏ ਤੇ ਅੰਮ੍ਰਿਤਪਾਲ ਦਾ ਕੋਈ ਮੁਕਾਬਲਾ ਨਹੀਂ ਹੈਗਾ। ਪਰ ਜੇਕਰ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਖੀਏ, ਖਾਲਿਸਤਾਨ ਦੀ ਮੂਵਮੈਂਟ ਦੇਖੀ, ਜਾਂ ਹੁਣ ਤੁਸੀਂ ਦੇਖੋ ਹਿੰਸਾ ਹੁੰਦੀ ਹੈ, ਨੈਸ਼ਨਲ ਮੀਡੀਆ ਉਹਨੂੰ ਕਿਸ ਤਰੀਕੇ ਨਾਲ ਚਲਾਉਂਦਾ ਹੈ। ਇਹ ਸਮਝਣ ਵਾਲੀ ਗੱਲ ਹੈ। ਦੇਖੋ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਸਾਨੂੰ ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਗਿਆ। ਇੱਕ ਚੀਜ਼ ਹੈ, ਜਦੋਂ ਵੀ ਕਦੇ ਵੀ ਓਵੈਸੀ ਬੋਲੇ ਜਾਂ ਅਸਸੁਦੀਨ ਓਵੈਸੀ, ਅਕਬਰੁਦੀਨ ਓਵੈਸੀ ਹੋਣੀ ਬੋਲਣ, ਉਹਦਾ ਫਾਇਦਾ ਕਿਹਨੂੰ ਜਾਂਦਾ ਹੈ? ਇਹ ਚੀਜ਼ ਸਮਝੋ। ਹੁਣ 2024 ਦੇ ਇਲੈਕਸ਼ਨ ਹੈ, 2024 ਦੇ ਇਲੈਕਸ਼ਨ ਤੋਂ ਪਹਿਲਾਂ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਬੀਜੇਪੀ ਇਹਦਾ ਫਾਇਦਾ ਚੁੱਕੇਗੀ ਜਾਂ ਫਿਰ ਕੋਈ ਵੀ ਪੋਲੀਟੀਕਲ ਪਾਰਟੀ ਹੈ ਨਾ। ਇਹ ਇਲਜ਼ਾਮ ਲੱਗ ਰਹੇ ਨੇ, ਮੰਨੇ ਵੱਲੋਂ ਵੀ ਇਹ ਚੀਜ਼ ਕਹੀ ਗਈ। ਤੇ ਜੇਕਰ ਆਪਾਂ ਇਹਨਾਂ ਇਲਜ਼ਾਮਾਂ ਦੇ ਪਿੱਛੇ ਜਾਈਏ ਤੇ ਇਹਦੇ ਦੋ ਪੱਖ ਨੇ। ਇੱਕ ਇਹ ਪੱਖ ਕਿ ਕੋਈ ਵੀ ਪੋਲੀਟੀਕਲ ਪਾਰਟੀ ਇਹਦਾ ਫਾਇਦਾ ਚੱਕ ਸਕਦੀ ਹੈ ਤੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇਹਦਾ ਨੁਕਸਾਨ ਹੋ ਸਕਦਾ ਹੈ। ਭਾਵੇਂ ਬੀਜੇਪੀ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ। ਹੁਣ ਪੰਜਾਬ ਦੇ ਵਿੱਚ ਉਹ ਸਮਿਟ ਸੀਗੀ ਜਿਹਦੇ ਵਿੱਚ ਉਦਯੋਗਪਤੀ ਆਏ ਸੀਗੇ, ਉਸ ਇਨਵੈਸਟ ਕਰਨਾ ਸੀ ਪੰਜਾਬ ਦੇ ਵਿੱਚ। ਉਸੇ ਦਿਨ ਜੇਕਰ ਇਸ ਲੈਵਲ ਦੀ ਘਟਨਾ ਹੁੰਦੀ ਹੈ, ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਡਾ ਪੰਜਾਬ ਲਈ ਨੁਕਸਾਨ ਕੋਈ ਨਹੀਂ ਹੋ ਸਕਦਾ। ਹੋਰ ਸਰ, 70 ਕਿਲੋਮੀਟਰ ਦਾ ਵਕਫਾ ਤੈਅ ਕਰਕੇ ਉਹ ਆਏ ਨੇ, ਜੱਲੂਪੁਰ ਖੇੜੇ ਤੋਂ ਅਰਦਾਸ ਬੇਨਤੀ ਕੀਤੀ। 70 ਕਿਲੋਮੀਟਰ ਦੇ ਵਿੱਚ IB
IB ਨੂੰ ਪਤਾ ਨਹੀਂ ਲੱਗਿਆ, ਇੰਟੈਲੀਜੈਂਸ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ, ਪੁਲਿਸ ਦੇ ਵੱਲੋਂ ਜਾਂਚ ਭਾਂਪ ਲਿਆ ਜਾਂਦਾ ਹੈ ਕਿ ਕੱਲ੍ਹ ਨੂੰ ਇੱਥੇ ਧਰਨਾ ਲੱਗਣਾ ਹੈ। ਇਸ ਸਾਰੇ ਦੇ ਵਿੱਚ ਕੀ ਵਜ੍ਹਾ ਸਮਝਦੇ ਹੋ ਕਿ 70 ਕਿਲੋਮੀਟਰ ਦਾ ਵਕਫਾ ਉਹਨਾਂ ਨੂੰ ਤੈਅ ਕਰਨ ਦਿੱਤਾ ਗਿਆ? ਉਹ ਕਹਿੰਦੇ ਕਿ ਅਸੀਂ ਸਿਰਫ ਉੱਥੇ ਰੁਕ ਜਾਣਾ ਜਿੱਥੇ ਰੋਕਿਆ ਜਾਣਾ ਹੈ, ਪਰ ਉਸ ਤੋਂ ਬਾਅਦ ਵੀ ਗਤੀਵਿਧੀ ਹੋ ਗਈ। ਦੇਖੋ ਸੁਖਵੀਰ, ਧਰਨੇ ਪ੍ਰਦਰਸ਼ਨ ਜਿਹੜੇ ਹੁੰਦੇ ਆ ਨਾ, ਪਹਿਲੀ ਚੀਜ਼ ਇਹ ਹੈ ਕਿ ਦੇਖੋ ਆਪਾਂ ਨਾ ਇਹ ਚੀਜ਼ ਸਮਝਣ ਵਾਲੀ ਹੈ। ਇਹਦੇ ਵਿੱਚ ਚੇਂਜ ਵੀ ਕੀਤਾ ਗਿਆ ਹੁਣ ਕਿ ADGP ਲੈਵਲ ਦਾ ਹੀ ਅਧਿਕਾਰੀ ਜਿਹੜਾ ਹੁਣ ਧਰਨਿਆਂ ਨੂੰ ਇਜਾਜ਼ਤ ਦੇਵੇਗਾ। ਜਦੋਂ ਵੀ ਆਪਾਂ ਕਦੇ ਵੀ ਧਰਨਾ, ਹੁਣ ਇੱਕ ਗੱਲ ਦੱਸੋ ਮੈਨੂੰ, ਜਦੋਂ ਵੀ ਆਪਾਂ DC ਕੋਲ ਗਏ, ਮੰਨ ਲਿਆ ਅਧਿਕਾਰੀ ਕੋਲ ਗਏ ਕਿ ਭਈ ਸਾਨੂੰ ਧਰਨਾ ਲਾਉਣਾ ਅਸੀਂ ਇੱਥੇ, ਜੇ ਆਪਾਂ ਪਹਿਲਾਂ ਉਹਨਾਂ ਨੂੰ ਕਹਾਂਗੇ ਜੇ ਅਸੀਂ ਵਾਇਲੈਂਸ ਕਰਨਾ ਹੈ ਤੇ ਕੀ ਉਹ ਧਰਨਾ ਲਾਉਣ ਦੇਣਗੇ? ਕਦੇ ਨਹੀਂ ਲਾਉਣ ਦੇਣਗੇ। ਨਾਲੇ ਵਾਇਲੈਂਸ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਹੁਣ ਇੱਥੇ ਵੀ ਆਪਾਂ ਖਾਲੀ ਇਹਦੇ ਵਿੱਚ ਅੰਮ੍ਰਿਤਪਾਲ ਨੂੰ ਹੀ ਬੇਕਸੂਰ ਨਹੀਂ ਕਹਿ ਸਕਦੇ। ਇੱਥੇ ਆਪਾਂ ਜੇ ਦੂਜਾ ਪੱਖ ਵੀ ਦੇਖੀਏ, ਪੁਲਿਸ ਨੂੰ ਇਸ ਕੇਸ ਨੂੰ ਸੰਜੀਦਗੀ ਦੇ ਨਾਲ ਟੈਕਲ ਕਰਨਾ ਚਾਹੀਦਾ ਸੀਗਾ। ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੀ ਦੇਰੀ ਹੋਈ ਹੈ। ਇੱਕ ਛੋਟੀ ਜੀ ਘਟਨਾ ਇੱਕ ਪਹਾੜ ਬਣ ਗਈ, ਇੱਕ ਰਾਈ ਦਾ ਪਹਾੜ ਬਣ ਜਾਣਾ, ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਪੁਲਿਸ ਨੂੰ ਚਾਹੀਦਾ ਸੀ ਕਿ ਇਹਨੂੰ ਸਹੀ ਢੰਗ ਨਾਲ ਟੈਕਲ ਕੀਤਾ ਜਾਂਦਾ। ਮੈਂ ਇਸ ਤੋਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਸ ਤਰੀਕੇ ਨਾਲ, ਜਿੰਨੀ ਸੰਜੀਦਗੀ ਦੇ ਨਾਲ ਅਜਨਾਲੇ ਵਾਲੀ ਹਿੰਸਾ ਨੂੰ ਰੋਕਿਆ ਗਿਆ, ਕਿਤੇ ਉਸੇ ਸੰਜੀਦਗੀ ਦੇ ਨਾਲ ਜਦੋਂ ਇਹ ਛੋਟਾ ਕੇਸ ਸੀਗਾ, ਜਦੋਂ ਇਹ ਕੇਸ ਸਿਰਫ ਇੱਕ ਸੋਸ਼ਲ ਮੀਡੀਆ ਤੱਕ ਸੀਮਿਤ ਸੀਗਾ, ਉਦੋਂ ਜੇਕਰ ਇਹਨੂੰ ਨੱਥ ਪਾ ਦਿੱਤੀ ਜਾਂਦੀ ਤਾਂ ਸ਼ਾਇਦ ਏਡੀ ਵੱਡੀ ਹਿੰਸਾ ਤੇ ਏਡੇ ਵੱਡੇ ਕਹਿ ਸਕਦੇ ਕਿ ਡਿਬੇਟਸ ਦੀ ਜਾਂ ਨੈਸ਼ਨਲ ਮੀਡੀਆ ਦੇ ਉੱਤੇ ਏਡੀਆਂ ਵੱਡੀਆਂ ਸੁਰਖੀਆਂ ਬਣਨ ਦੀ ਲੋੜ ਹੀ ਨਾ ਪੈਂਦੀ। ਤੇ ਜੇਕਰ ਉਹ ਲੋੜ ਨਾ ਪੈਂਦੀ ਤੇ ਸ਼ਾਇਦ ਜਿਹੜਾ ਹੈ ਉਹ ਜਿਹੜੀ ਸਮਿਟ ਸੀਗੀ ਉਹ ਵੀ ਸਹੀ ਢੰਗ ਦੇ ਨਾਲ ਹੁੰਦੀ। ਤੇ ਉਸ ਤੋਂ ਬਾਅਦ ਯਾਰ ਦੇਖੋ, ਆਪਾਂ ਨੋਰਮਲ ਜੀ ਗੱਲ ਆ, ਜਿਹੜੀ ਸੋਸ਼ਲ ਮੀਡੀਆ ਨਾ, ਸੋਸ਼ਲ ਮੀਡੀਆ ਤੇ ਹਮੇਸ਼ਾ ਹਰ ਇੱਕ ਦੇ ਇੰਡੀਵਿਜੂਅਲ ਵਿਚਾਰ ਹੁੰਦੇ ਨੇ, ਭਾਵੇਂ ਉਹ ਤੁਸੀਂ ਹੋ, ਕੋਈ ਵੀ ਹੈ। ਤੇ ਆਪਾਂ ਨੂੰ ਜਦੋਂ ਆਪਾਂ ਰਾਈਟ ਟੂ ਸਪੀਕ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਪਾਂ ਇਹ ਕਹਿੰਦੇ ਕਿ ਸਾਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਸਾਨੂੰ ਹੱਕ ਹੋਣੇ ਚਾਹੀਦੇ ਹੈ, ਤੇ ਆਪਾਂ ਦੂਜੇ ਦੀ ਵੀ ਕਦਰ ਕਰੀਏ। ਦੂਜਾ ਕੋਈ ਬੋਲ ਰਿਹਾ ਅਸੀਂ ਵੀ ਸੁਣੀਏ। ਜੇਕਰ ਅਸੀਂ ਕਿਸੇ ਤੇ ਕਟੱਚ ਕਰਦੇ ਹਾਂ, ਸਾਹਮਣੇ ਵਾਲਾ ਵੀ ਜੇਕਰ ਕਰਦਾ ਹੈ, ਤੇ ਜੇ ਤੁਸੀਂ ਇਹ ਕਹੋ ਕਿ ਅਸੀਂ ਇਕੱਲੇ ਹੀ ਹਾਂ, ਸਾਡੇ ਤੋਂ ਇਲਾਵਾ ਕੋਈ ਨਾ ਰਵੇ, ਤਾਂ ਫਿਰ ਹੰਕਾਰ ਵਾਲੀ ਗੱਲ ਹੋ ਗਈ। ਫਿਰ ਇਹ ਚੀਜ਼ ਤੇ ਮੇਰੇ ਹਿਸਾਬ ਦੇ ਨਾਲ ਕਿਤੇ ਵੀ ਜਿਹੜੇ ਆ ਇਹਦੇ ਪੈਰ ਨਹੀਂ ਗਏ ਹੈਗੇ। ਸੋ ਇਹ ਚੀਜ਼ ਸਮਝਣ ਦੀ ਲੋੜ ਹੈ, ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਅੰਮ੍ਰਿਤ ਸੰਚਾਰ ਵਾਲੇ ਪਾਸੇ ਤੁਰੇ ਹਾਂ, ਬਹੁਤ ਵਧੀਆ ਗੱਲ ਹੈ। ਅਸੀਂ ਸਿੱਖੀ ਨਾਲ ਜੋੜਨ ਦੀ ਗੱਲ ਕਰ ਰਹੇ ਹਾਂ, ਅਸੀਂ ਯੂਥ ਨੂੰ ਬਾਹਰ ਜਾਣ ਤੋਂ ਅਵੇਅਰ ਕਰ ਰਹੇ ਹਾਂ ਕਿ ਤੁਸੀਂ ਆਪਣੀ ਕੰਟਰੀ ਵਿੱਚ ਰਹੋ, ਇੱਥੇ ਰਹਿ ਕੇ ਆਪਣੀ ਕੰਟਰੀ ਲਈ ਜਾਂ ਆਪਣੇ ਸੂਬੇ ਵਾਸਤੇ ਤੁਸੀਂ ਜਿਹੜਾ ਹੈ ਉਹ ਕਹਿ ਸਕਦੇ ਆਪਾਂ ਕਿ ਕੰਮ ਕਰੋ, ਸਰਵ ਕਰੋ। ਤੇ ਜੇਕਰ ਆਪਾਂ ਆਪਣੇ ਸੂਬੇ ਵਾਸਤੇ ਸਰਵ ਕਰਾਂਗੇ ਤਾਂ ਜ਼ਿਆਦਾ ਬੈਟਰ ਹੋਏਗਾ ਕੰਪੈਰੀਜ਼ਨ ਟੂ ਆਪਾਂ ਜਾ ਕਰ ਕੈਨੇਡਾ ਦੀ ਇਕੋਨਮੀ ਨੂੰ ਵਧਾਈਏ ਜਾਂ ਹੋਰ ਕਿਸੇ ਮੁਲਕ ਦੀ ਇਕੋਨਮੀ ਨੂੰ ਜਾ ਕੇ ਵਧਾਈਏ। ਉਹਦੇ ਨਾਲੋਂ ਚੰਗਾ ਕਿ ਜੇਕਰ ਅਸੀਂ ਪੰਜਾਬ ਦੇ ਵਿੱਚ, ਦੂਜੀ ਗੱਲ ਜਿੰਨੇ NRIs ਨੇ, ਜੇਕਰ ਪੰਜਾਬ ਦੇ ਵਿੱਚ ਮਾਹੌਲ ਸੁਖਾਵਾਂ ਹੋ, ਸਭ ਕੁਝ ਸਹੀ ਹੋਵੇ, ਤਾਂ ਕਿੰਨੇ NRI ਨੂੰ ਇੱਥੇ ਇਨਵੈਸਟ ਕਰਨ। ਇੱਥੇ ਜੋ ਇਨਵੈਸਟ ਕਰਨਗੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਯੂਥ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ। ਇੱਕ ਲਾਸਟ ਸਵਾਲ ਦੇ ਨਾਲ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ ਸਰ। ਬੀਤੇ ਕੱਲ੍ਹ ਇੱਕ ਖਬਰ ਨਿਕਲ ਕੇ ਸਾਹਮਣੇ, ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ, ਇੱਕ ਪਲਾਟ ਦਾ ਮਾਮਲਾ ਸੀ। ਉੱਥੇ ਵੀ ਇੱਕ ਨਿਹੰਗ ਸਿੰਘ ਬੇਬੀ ਵੱਲੋਂ ਉੱਥੇ ਪਹੁੰਚ ਕੇ ਉੱਥੇ ਬੈਠ ਕੇ ਪਾਠ ਕੀਤਾ ਜਾ ਰਿਹਾ ਸੀ, ਜਪਜੀ ਸਾਹਿਬ ਦਾ ਪਾਠ ਉਹ ਕਰ ਰਹੇ ਸੀ। ਤੇ ਇਹ ਸਿਰਫ ਇਸੇ ਮੰਤਵ ਦੇ ਨਾਲ ਕਿ ਪੁਲਿਸ ਮੈਨੂੰ ਚੱਕੇ ਨਾ, ਤੁਹਾਨੂੰ ਲੱਗਦਾ ਨਹੀਂ ਕਿ ਇਹ ਗਲਤ ਇੰਪੈਕਟ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ? ਮੈਂ 100% ਤੁਹਾਡੀ ਗੱਲ ਨਾਲ ਐਗਰੀ ਹਾਂ। ਦੇਖੋ ਇਹ ਚੀਜ਼ ਸਮਝਣ ਦੀ ਲੋੜ ਹੈ ਤੇ ਬੜਾ ਵਾਜਿਬ ਸਵਾਲ ਹੈ ਕਿ ਦੇਖੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਆਪਾਂ ਕਿਸੇ ਥਾਣੇ ਦੇ ਵਿੱਚ ਚੱਲ ਜਾਂਦੇ ਹਾਂ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਲੋਕ ਆਪਣੀਆਂ ਨਿੱਜੀ ਜਿਹੜੀਆਂ ਕਿਹੜਾਂ ਨੇ ਜਾਂ ਨਿੱਜੀ ਜਿਹੜੇ ਝਗੜੇ ਨੇ, ਕਿਉਂਕਿ ਦੇਖੋ ਝਗੜੇ ਤੇ ਹਰ ਚੌਥੇ ਪਰਿਵਾਰ ਦੇ ਵਿੱਚ ਝਗੜੇ ਨੇ। ਜਦੋਂ ਆਪਾਂ ਇਕੱਠੇ ਰਹਿਣਾ ਹੈ ਤੇ 100 ਇੱਕ ਦੂਜੇ ਦੇ ਨਾਲ ਤੂੰ ਮੈਂ ਹੋ ਜਾਂਦੀ ਹੈ। ਪਰ ਉੱਥੇ ਜੇਕਰ ਆਪਾਂ ਬਾਣੀ ਨੂੰ ਜਾਂ ਫਿਰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਸਯੂਜ਼ ਕਰਨ ਲੱਗ ਪਈਏ, ਫਿਰ ਤਰਕ ਆਪਾਂ ਉਹ ਦੇਣ ਲੱਗ ਪਈਏ, ਮੇਰੇ ਹਿਸਾਬ ਦੇ ਨਾਲ ਇਹ ਤਰਕ ਬੇਸਲੈਸ ਨੇ। ਇਹਨਾਂ ਤਰਕਸ ਦੇ ਆਧਾਰ ਦੇ ਉੱਤੇ ਜੇਕਰ ਆਪਾਂ ਜਾਂਦੇ ਹਾਂ, ਫਿਰ ਤਾਂ ਯਾਰ ਹਰ ਚੀਜ਼ ਨੂੰ ਡਿਫੈਂਡ ਕਰਨ ਵਾਸਤੇ ਕੋਈ ਨਾ ਕੋਈ ਵਰਡ ਤੇ ਮਿਲ ਹੀ ਜਾਣਾ ਹੈ, ਤੇ ਫਿਰ ਆਪਾਂ ਉਹ ਯੂਜ਼ ਕਿਉਂ ਨਾ ਕਰ ਲਈਏ? ਸਾਨੂੰ ਸਮਝਣ ਦੀ ਲੋੜ ਹੈ ਯਾਰ, ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਚਾਹੀਦਾ। ਯੂਥ ਨੂੰ ਪੜ੍ਹ ਲਿਖ ਕੇ ਆਪਣੀ ਕੰਟਰੀ ਦੇ ਵਿੱਚ, ਆਪਣੇ ਸੂਬੇ ਵਿੱਚ ਰਹਿ ਕੇ ਇੱਥੇ ਕੰਮ ਕਰਨਾ ਚਾਹੀਦਾ ਹੈ। ਤੇ ਸਾਡੇ ਯੂਥ ਨੂੰ ਜੇਕਰ ਅੰਮ੍ਰਿਤਪਾਲ ਤੋਂ ਜੇਕਰ ਉਹ ਪ੍ਰਭਾਵਿਤ ਨੇ ਤੇ ਉਹਨਾਂ ਦੀ ਉਸ ਕਲਾ ਤੋਂ ਪ੍ਰਭਾਵਿਤ ਹੋਣ ਜਿਹੜੀ ਅੰਮ੍ਰਿਤ ਸੰਚਾਰ ਦੀ ਹੈ, ਉਹਨਾਂ ਦੀ ਉਸ ਕੁਆਲਿਟੀ ਤੋਂ ਪ੍ਰਭਾਵਿਤ ਹੋਣ ਜਿਹੜੀ ਉਹ ਕਹਿ ਸਕਦੇ ਆ ਕਿ ਜਿੰਨੇ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਚੱਲਦਾ ਪਿਆ ਪੰਜਾਬ ਦੇ ਵਿੱਚ, ਉਹਨੂੰ ਦਰੁਸਤ ਕੀਤਾ ਜਾਵੇ। ਜਾਂ ਫਿਰ ਹੋਰ ਜਿਹੜੇ ਆਪਸ਼ਨਸ ਨੇ ਜਿਹੜੇ ਉਹਨਾਂ ਵੱਲੋਂ ਦਿੱਤੇ ਗਏ ਨੇ ਤੇ ਬਹੁਤ ਚੰਗੇ ਨੇ, ਉਹਨਾਂ ਨੂੰ ਫੋਲੋ ਕੀਤਾ ਜਾਵੇ, ਨਾ ਕਿ ਇਸ ਤਰ੍ਹਾਂ ਦੀ ਜਿਹੜੇ ਪਾਸੇ ਨੂੰ ਤੁਰ ਪਏ ਨੇ। ਇਹ ਚੀਜ਼ ਜਿਹੜੀ ਹੈ ਇਹਨੂੰ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ। ਤੇ ਮੇਰੇ ਵਾਸਤੇ ਇਹ ਸਾਡੇ ਯੂਥ ਵਾਸਤੇ ਜਾਂ ਸਾਡੇ ਪੰਜਾਬੀਆਂ ਵਾਸਤੇ ਜਾਂ ਪੰਜਾਬੀਅਤ ਤੇ ਪੰਜਾਬ ਵਾਸਤੇ ਬਹੁਤ ਫਾਇਦੇ ਦੀ ਚੀਜ਼ ਹੈ।
ਸੋ ਇਹ तमाम ਜਿਹੜੀਆਂ ਜਾਣਕਾਰੀਆਂ ਨੇ ਉਮੀਦ ਕਰਦੇ ਹਾਂ ਕਿ ਤੁਹਾਡੇ ਤੱਕ ਪਹੁੰਚਦੀਆਂ ਹੋਈਆਂ ਤੇ ਤੁਹਾਡੇ ਲਈ ਲਾਹੇਵੰਦ ਵੀ ਸਾਬਿਤ ਹੋਈਆਂ ਹੋਣਗੀਆਂ। ਕਿਤੇ ਵੀ ਕੋਈ ਕਿੰਤੂ ਲੱਗਦਾ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਇਸ ਦੇ ਬਾਰੇ ਰਾਏ ਪ੍ਰਤੀਕਰਮ ਟਿੱਪਣੀ ਕਰ ਸਕਦੇ ਹੋ ਤੇ ਇਸ ਚੀਜ਼ ਦਾ ਇਸ ਸਾਰੀ ਚਰਚਾ ਦਾ ਤੁਹਾਡੇ ਸਾਹਮਣੇ ਪੇਸ਼ਕਾਰੀ ਕਰਨਾ, ਤੁਹਾਡੇ ਸਾਹਮਣੇ ਇਹਨਾਂ ਤੱਥਾਂ ਨੂੰ ਰੱਖਣਾ ਸਾਡੀ ਕੋਸ਼ਿਸ਼ ਸੀ ਕਿ ਸਾਰੀਆਂ ਚੀਜ਼ਾਂ ਨੂੰ ਖੰਗਾਲ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਮੀਡੀਆ ਹੋਣ ਦਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਹੋ ਜਿਹਾ ਲੱਗਾ ਹੈ ਪ੍ਰੋਗਰਾਮ, ਕਿਸ ਤਰੀਕੇ ਦੇ ਨਾਲ ਇਹ ਚਰਚਾ ਲੱਗੀ ਹੈ, ਕਮੈਂਟ ਬਾਕਸ ਦੇ ਵਿੱਚ ਇਸ ਦੇ ਬਾਰੇ ਰਾਏ ਜ਼ਰੂਰ ਦੇਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ਼ਮੀਨੀ ਹਕੀਕਤਾਂ ਦੇ ਉੱਤੇ ਅਜਿਹੀਆਂ ਚਰਚਾਵਾਂ ਲੈ ਕੇ ਤੁਹਾਡੇ ਨਾਲ ਮੁਖਾਤਬ ਹੁੰਦੇ ਰਵਾਂਗੇ। ਫਿਲਹਾਲ ਦੇ ਲਈ ਧੰਨਵਾਦ।